ਸਵਾਗਤ ਕਰਦੀ ਹਾਂ ਜੀ ਤੁਹਾਡਾ ਸਭ ਦਾ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਪੋਲ ਸਾਇੰਸ MCQ ਕਰ ਰਹੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ 'ਚੋਂ। ਤਾਂ ਅੱਜ ਵਾਲੇ ਸਵਾਲ ਅਸੀਂ ਕਰਾਂਗੇ, ਠੀਕ ਹੈ ਜੀ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਬਹੁਤ ਸਾਰੇ ਸਾਥੀਆਂ ਦਾ ਬਹੁਤ ਸਾਰੇ ਮੈਸੇजेस ਆ ਰਹੇ ਨੇ। ਕੋਈ ਕਹਿ ਰਿਹਾ ਹੈ ਕਿ ਸਿਲੇਬਸ ਚੇਂਜ ਹੋਵੇਗਾ। ਦੇਖੋ, ਸਿਲੇਬਸ ਦਾ ਕਿਸੇ ਨੂੰ ਵੀ ਕੁਛ ਨਹੀਂ ਪਤਾ। ਦੇਖੋ 99% ਚਾਂਸ ਆ ਕਿ ਸਿਲੇਬਸ ਨਹੀਂ ਚੇਂਜ ਹੋਵੇਗਾ। ਜੇ ਚੇਂਜ ਹੋਣਾ ਹੁੰਦਾ ਤਾਂ ਦੋ ਤਿੰਨ ਦਿਨਾਂ ਬਾਅਦ ਸਾਈਟ 'ਤੇ ਅਪਲੋਡ ਹੋ ਜਾਣਾ ਸੀ, ਕਿਉਂਕਿ ਸਿਲੇਬਸ ਕੋਈ ਛੋਟਾ ਜਿਹਾ ਸਿਲੇਬਸ ਤਾਂ ਹੈ ਨਹੀਂ ਕਿ ਜਿਹੜਾ ਅਸੀਂ 1 ਮਹੀਨੇ ਵਿੱਚ ਰਿਵਾਈਜ਼ ਕਰ ਲਾਂਗੇ। ਇਹ 1 ਮਹੀਨੇ ਦੀ ਖੇਡ ਨਹੀਂ ਹੈ, ਠੀਕ ਹੈ। ਇਹ ਤੁਹਾਨੂੰ ਪਤਾ ਹੀ ਹੈ ਕਿ 5-6 ਮਹੀਨੇ ਲਾ ਕੇ ਵੀ ਚੰਗੀ ਤਰ੍ਹਾਂ ਫਿਰ ਹੀ ਆਪਾਂ ਚੰਗੀ ਤਰ੍ਹਾਂ ਦਿਨ ਰਾਤ ਇੱਕ ਕਰਕੇ ਫਿਰ ਹੀ ਕਰ ਸਕਦੇ, ਕਿਉਂਕਿ 6 ਸਬਜੈਕਟ ਨੇ ਔਰ ਬਹੁਤ ਜ਼ਿਆਦਾ ਵਾਈਡ ਸਿਲੇਬਸ ਆ। ਤਾਂ ਇਸ ਕਰਕੇ ਕੋਈ ਇੱਦਾਂ ਦੀ ਸੋਚਣ ਵਾਲੀ ਗੱਲ ਨਹੀਂ ਆ। ਤਾਂ ਆਪਣਾ ਜਿਹੜਾ ਪੁਰਾਣਾ ਸਿਲੇਬਸ ਹੈ ਉਹਦੇ 'ਤੇ ਹੀ ਤਿਆਰੀ ਕਰਨੀ ਚਾਹੀਦੀ ਹੈ ਅਤੇ ਕਰੋ। ਅਤੇ ਬਾਕੀ ਆਪਣਾ ਪੋਲ ਸਾਇੰਸ ਹੁਣ ਸਮਾਪਤੀ ਵਾਲੇ ਪਾਸੇ ਹੀ ਆ। ਅਤੇ ਕਹਿਣ ਦਾ ਭਾਵ ਇਹ ਹੈ ਕਿ ਸੈਕਿੰਡ ਲਾਸਟ ਟੋਪਿਕ ਅਸੀਂ ਕਰ ਰਹੇ ਹਾਂ ਭਾਰਤੀ ਲੋਕਤੰਤਰ ਦਾ ਸਰੂਪ। ਅਤੇ ਲਾਸਟ ਟੋਪਿਕ ਜਿਹੜਾ ਵਿਦੇਸ਼ੀ ਨੀਤੀ ਅਤੇ ਗੁੱਟ ਨਿਰਲੇਪਤਾ ਵਾਲਾ ਟੋਪਿਕ ਜਿਹੜਾ ਹੈ ਉਹ ਅਸੀਂ ਕਰ ਦੇਵਾਂਗੇ ਕੱਲ੍ਹ ਪਰਸੋਂ ਤੋਂ ਸ਼ੁਰੂ, ਠੀਕ ਹੈ। ਹਜੇ ਆਪਾਂ ਆਹ ਟੋਪਿਕ ਕਰ ਲਈਏ ਅਤੇ ਫਿਰ ਮੈਨੂੰ ਦੱਸ ਦੇਣਾ। ਚੈਨਲ 'ਤੇ ਮੈਂ ਕਮਿਊਨਿਟੀ ਪਾਈ ਹੋਈ ਹੈ ਵੀ, ਤੁਸੀਂ ਮੈਨੂੰ ਉੱਥੇ ਦੱਸੋ ਕਿ ਭੂਗੋਲ ਕਰਨੀ ਹੈ ਪਹਿਲਾਂ ਕਿ ਇਕਨੋਮਿਕਸ ਕਰਨੀ ਹੈ, ਠੀਕ ਹੈ। ਜਿਸ ਤਰ੍ਹਾਂ ਵੀ ਤੁਸੀਂ ਕਹੋਗੇ ਆਪਾਂ ਉਸ ਤਰ੍ਹਾਂ ਤਿਆਰੀ ਕਰ ਲਵਾਂਗੇ। ਬਾਕੀ ਆਪਣੀ ਨਾਲ ਹੋਰ ਵਿਸ਼ੇ ਵੀ ਦੇਖਦੇ ਰਹਿਣਾ। ਚਲੋ ਬਈ, ਲੋਕਮਤ ਦੇ ਸੰਦਰਭ ਵਿੱਚ ਕਿਹੜਾ ਕਥਨ ਠੀਕ ਨਹੀਂ ਹੈ? ਲੋਕਤੰਤਰੀ ਸ਼ਾਸਨ ਪ੍ਰਣਾਲੀ ਲੋਕਮਤ ਦੇ ਆਧਾਰਿਤ ਹੁੰਦੀ ਹੈ। ਬਹੁ ਗਿਣਤੀ ਦੀ ਆਵਾਜ਼ ਲੋਕਮਤ ਤਦ ਹੈ ਜੇਕਰ ਉਸ ਦਾ ਉਦੇਸ਼ ਸਰਵਜਨਕ ਭਲਾਈ ਹੋਵੇ। ਲੋਕਮਤ ਆਪਣੇ ਆਪ ਬਣਦਾ ਹੈ ਅਤੇ ਪ੍ਰਗਟ ਹੁੰਦਾ ਹੈ। ਲੋਕਮਤ ਇਸ ਪ੍ਰਕਾਰ ਹੋਣਾ ਚਾਹੀਦਾ ਕਿ ਘੱਟ ਗਿਣਤੀ ਸਹਿਮਤ ਨਾ ਹੁੰਦੇ ਹੋਏ ਵੀ ਜਨਤਕ ਭਲਾਈ ਲਈ ਸਹਿਮਤ ਹੋ ਜਾਵੇ। ਇਹਨਾਂ 'ਚੋਂ ਕਿਹੜੀ ਗੱਲ ਜਿਹੜੀ ਹੈ ਲੋਕਮਤ ਦੇ ਸੰਦਰਭ ਵਿੱਚ ਠੀਕ ਨਹੀਂ ਆ? ਕਰੈਕਟ ਆਪਸ਼ਨ ਵੀ ਈਡੀ ਵਾਲੀ ਗੱਲ ਠੀਕ ਨਹੀਂ ਆ। ਲੋਕਮਤ ਆਪਣੇ ਆਪ ਨਹੀਂ ਬਣਦਾ, ਇੱਥੇ ਲਿਖਿਆ ਆਪਣੇ ਆਪ ਬਣਦਾ ਆ। ਪ੍ਰਗਟ ਵੀ ਆਪਣੇ ਆਪ ਨਹੀਂ ਹੁੰਦਾ, ਠੀਕ ਹੈ। ਕੁਝ ਇਹਦੇ ਵੇਜ਼ ਹੁੰਦੇ ਆ, ਸਾਧਨ ਹੁੰਦੇ ਆ ਲੋਕਮਤ ਨੂੰ ਬਣਾਉਣ ਦੇ ਵੀ ਅਤੇ ਲੋਕਮਤ ਨੂੰ ਐਕਸਪ੍ਰੈਸ ਕਰਨ ਦੇ ਵੀ, ਠੀਕ ਹੈ ਜੀ। ਤਾਂ ਬਾਕੀ ਦੇ 3 ਪੁਆਇੰਟ ਦੇਖੋ ਕੀ ਲਿਖਿਆ ਹੈ। ਸ਼ਾਸਨ, ਜਿਹੜੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਦਾ ਸਾਰਾ ਬੇਸ ਜਿਹੜਾ ਹੈ ਉਹ ਲੋਕਮਤ ਹੀ ਹੈ, ਠੀਕ ਹੈ। ਤਾਂ ਇਹ ਵੀ ਨਹੀਂ ਆ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਨਿੱਜੀ ਹਿੱਤ ਦੀ ਗੱਲ ਕਰਨ ਤਾਂ ਉਹ ਲੋਕਮਤ ਨਹੀਂ ਕਹਾਂਗੇ। ਬਹੁਤ ਸਾਰੇ ਲੋਕ ਇਕੱਠੇ ਹੋਣ ਪਰ ਗੱਲ ਕਿਹਦੀ ਕਰਨ? ਸਰਵਜਨਕ ਹਿੱਤ ਦੀ, ਫਿਰ ਬਣਦਾ ਹੈ ਲੋਕਮਤ, ਠੀਕ ਹੈ। ਅਤੇ ਫਿਰ ਇਸ ਪ੍ਰਕਾਰ ਦਾ ਲੋਕਮਤ ਹੋਣਾ ਚਾਹੀਦਾ ਕਿ ਘੱਟ ਗਿਣਤੀ, ਮਤਲਬ ਜਿਹੜੇ ਕੁਛ ਕੁ ਲੋਕ ਨੇ ਸਹਿਮਤ ਨਹੀਂ ਆ ਉਹ ਵੀ ਜਨਤਕ ਭਲਾਈ ਦੇ ਟੀਚੇ ਨੂੰ ਦੇਖਦੇ ਹੋਏ ਇਸ ਨਾਲ ਸਹਿਮਤ ਹੋ ਜਾਣ, ਠੀਕ ਹੈ ਜੀ। ਅਗਲਾ ਸਵਾਲ, ਲੋਕਮਤ ਨਿਰਮਾਣ ਕਰਨ ਦਾ ਸਾਧਨ? ਪ੍ਰੈਸ ਸੰਸਥਾਵਾਂ, ਸਿੱਖਿਆ ਸੰਸਥਾਵਾਂ, ਵਿਧਾਨ ਮੰਡਲ, ਉਪਰੋਕਤ ਸਾਰੇ। ਹਾਂ, ਕਰੈਕਟ ਆਪਸ਼ਨ ਹੈ ਵੀ ਉਪਰੋਕਤ ਸਾਰੇ ਹੀ ਜਿਹੜੇ ਸਾਧਨ ਨੇ ਇਹ ਲੋਕਮਤ ਨਿਰਮਾਣ ਕਰਨ ਦੇ ਸਾਧਨ ਆ, ਠੀਕ ਹੈ। ਰਾਜਨੀਤਿਕ ਦਲ, ਇਸ ਤੋਂ ਇਲਾਵਾ ਜਨਤਕ ਸੇਵਾਵਾਂ, ਸਿਨੇਮਾ, ਰੇਡੀਓ, ਟੈਲੀਵਿਜ਼ਨ, ਠੀਕ ਹੈ। ਪ੍ਰੈਸ ਰਾਹੀਂ ਜਦੋਂ ਅਸੀਂ ਵਿਚਾਰ ਪੜ੍ਹਦੇ ਹਾਂ ਦੋ ਪਾਰਟੀਆਂ ਦੀਆਂ ਆਪਸ ਵਿੱਚ ਕੀ ਵਿਚਾਰ ਉਹਨਾਂ ਦੇ ਹੁੰਦੇ ਆ, ਉਹ ਕੀ ਇੱਕ ਦੂਜੇ ਨੂੰ ਕਹਿੰਦੇ ਹੈਗੇ ਆ, ਕੀ ਉਹਨਾਂ 'ਚ ਵਾਪਰ ਰਿਹਾ ਆ, ਅਸੀਂ ਉਹ ਜਾਣਦੇ ਹਾਂ। ਫਿਰ ਸਿੱਖਿਆ ਸੰਸਥਾਵਾਂ, ਜਦੋਂ ਅਧਿਆਪਕ ਅਤੇ ਵਿਦਿਆਰਥੀ ਜਿਹੜੇ ਹੈ ਉਹ ਸੰਪਰਕ ਵਿੱਚ ਆਉਂਦੇ ਆ ਤਾਂ ਇੱਕ ਚੰਗਾ ਅਧਿਆਪਕ, ਸੂਝਵਾਨ ਅਧਿਆਪਕ ਸਮਾਜ ਦੀਆਂ ਸਮੱਸਿਆਵਾਂ ਤੋਂ ਬੱਚਿਆਂ ਨੂੰ ਉਹਨਾਂ ਦੇ ਪੱਧਰ ਮੁਤਾਬਿਕ ਹੌਲੀ ਜਾਣੂ ਜਿਹੜਾ ਕਰਵਾਉਂਦਾ। ਇਸ ਤਰ੍ਹਾਂ ਵੀ ਲੋਕਮਤ ਦਾ ਨਿਰਮਾਣ ਹੁੰਦਾ ਹੈ। ਵਿਧਾਨ ਮੰਡਲ ਰਾਹੀਂ ਵੀ ਸਾਡੇ ਚੁਣੇ ਹੋਏ ਨੁਮਾਇੰਦੇ ਉੱਥੇ ਜਾਂਦੇ ਆ, ਠੀਕ ਹੈ। ਸਾਡੀ ਇੱਛਾ ਹੀ ਉੱਥੇ ਕੰਮ ਕਰਦੀ ਆ। ਤਾਂ ਫਿਰ ਰਾਜਨੀਤਿਕ ਦਲ ਵੀ ਹੋ ਗਏ, ਠੀਕ ਹੈ। ਜਨਤਕ ਸਭਾਵਾਂ ਵਿੱਚ ਇਹ ਆ ਕਿ ਕੋਈ ਅਨਪੜ੍ਹ ਬੰਦਾ ਆ ਜਿਹਨੂੰ ਅਖਬਾਰ ਨਹੀਂ ਪੜ੍ਹ ਸਕਦਾ ਤਾਂ ਉਹ ਕੀ ਕਰ ਸਕਦਾ ਹੈ? ਜਨਤਕ ਸਭਾਵਾਂ ਰਾਹੀਂ ਅਨਪੜ੍ਹ ਜਨਤਾ ਨੂੰ ਬਹੁਤ ਫਾਇਦਾ ਹੁੰਦਾ ਆ। ਸੁਣ ਕੇ ਉਹ ਜਿਹੜੇ ਨੇਤਾ ਨੇ ਆਪਣੇ ਵਿਚਾਰ ਉੱਥੇ ਬੋਲਦੇ ਨੇ, ਬੈਠਕਾਂ ਕਰਦੇ ਨੇ, ਮੀਟਿੰਗਾਂ ਹੁੰਦੀਆਂ ਨੇ, ਤਾਂ ਉਹ ਕੀ ਆ ਉੱਥੋਂ ਫਿਰ ਉਹਨਾਂ ਨੂੰ ਪਤਾ ਲੱਗਦਾ ਆ। ਸਿਨੇਮਾ, ਚੰਗੀਆਂ ਵਧੀਆ ਪੱਧਰ ਦੀਆਂ ਫਿਲਮਾਂ ਜਿਹੜੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ, ਸਮਾਜ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਵਾਲੀਆਂ, ਠੀਕ ਹੈ, ਉਹਨਾਂ ਫਿਲਮਾਂ ਦੇ ਰਾਹੀਂ ਵੀ ਲੋਕਮਤ ਦਾ ਨਿਰਮਾਣ ਹੁੰਦਾ। ਰੇਡੀਓ, ਟੈਲੀਵਿਜ਼ਨ, ਇਹ ਤੁਹਾਨੂੰ ਸਾਰਾ ਕੁਛ ਪਤਾ ਹੀ ਹੈ। ਇਹ ਮੈਂ ਤਾਂ ਦੱਸ ਰਹੀ ਹਾਂ ਕਿਉਂਕਿ ਮੇਰੇ ਕੁਝ ਕੁ ਸਾਥੀਆਂ ਨੇ ਮੈਨੂੰ ਕਿਹਾ ਸੀ ਕਿ ਨਾਲ ਥੋੜ੍ਹਾ ਜਿਹਾ ਐਕਸਪਲੇਨ ਵੀ ਕਰਿਆ ਕਰੋ, ਠੀਕ ਹੈ ਜੀ। ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ ਕਦੋਂ ਹੋਇਆ? 28 ਦਸੰਬਰ 1885, 28 ਦਸੰਬਰ 1906, 28 ਅਗਸਤ 1947 ਜਾਂ 1950। ਕਰੈਕਟ ਆਪਸ਼ਨ ਹੈ ਵੀ 28 ਦਸੰਬਰ 1885। ਦੇਖੋ 1885 ਸਾਰਿਆਂ ਨੂੰ ਯਾਦ ਆ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ, ਪਰ ਇੱਥੇ ਭੁੱਲ ਜਾਂਦੇ ਜਿਹੜੀ ਐਗਜ਼ੈਕਟ ਡੇਟ ਆ। ਇਹ ਕਿਵੇਂ ਯਾਦ ਕਰਨੀ? ਦੇਖੋ ਇੱਥੇ 2 8 ਹੈ ਨਾ, ਅਤੇ ਇੱਥੇ ਕੀ ਆ 2 ਤੇ 8, ਇੱਦਾਂ ਯਾਦ ਕਰ ਲੈਣਾ। 2 ਤੇ 8 ਅਤੇ ਵਿੱਚ ਇੱਥੇ ਕੀ ਆ 2 8, ਬਸ ਇਸ ਤਰ੍ਹਾਂ ਇਹਨੂੰ ਯਾਦ ਕਰ ਲੈਣਾ। ਚਲੋ ਵੀ ਅੱਗੇ, ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ ਕਿਸ ਦੀ ਅਗਵਾਈ ਹੇਠ ਹੋਇਆ? ਡਾਕਟਰ ਰਾਮ ਮਨੋਹਰ ਲੋਹੀਆ, ਮਿਸਟਰ A.O. ਹਿਊਮ, ਚੌਧਰੀ ਚਰਨ ਸਿੰਘ, ਇੰਦਰਾ ਗਾਂਧੀ। ਕਰੈਕਟ ਆਪਸ਼ਨ ਹੈ ਵੀ ਮਿਸਟਰ A.O. ਹਿਊਮ। ਮਾਸਟਰ ਕੇਡਰ ਦੀ ਬਹੁਤ ਜ਼ਿਆਦਾ ਰਿਵੀਜ਼ਨ ਹੋਈ ਆ, ਠੀਕ ਹੈ। ਉਹ ਆਪਣਾ ਸਕੂਲੀ ਪੱਧਰ 'ਤੇ ਦੁਹਰਾਈ ਕਰ ਸਕਦੇ ਆ, ਠੀਕ ਹੈ। ਥੋੜ੍ਹਾ ETT ਵਾਲਿਆਂ ਵਾਸਤੇ ਸਾਨੂੰ ਜਿਹੜਾ ਇਹ ਦੱਸਣਾ ਆਪਾਂ ਨੂੰ ਪੈਂਦਾ ਆ, ਠੀਕ ਹੈ। ਅਤੇ ETT ਅਤੇ ਮਾਸਟਰ ਕੇਡਰ ਦੋਨਾਂ ਨੂੰ ਆਪਾਂ ਨਾਲ ਲੈ ਕੇ ਚੱਲ ਰਹੇ ਹਾਂ। ਹਾਂ, ਇਹ ਕੀ ਹੈ ਵੀ
ਮਿਸਟਰ ਏ ਓ ਹਿਊਮ ਤੇ ਹੋਰ ਸਾਥੀ ਵੀ ਸੀਗੇ। ਉਹਨਾਂ ਦੇ ਯਤਨਾਂ ਸਦਕਾ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਜਿਹੜਾ ਜਨਮ ਹੈ ਉਹ ਹੋਇਆ ਹੈ। ਠੀਕ ਹੈ, ਤਾਂ ਬਾਕੀ ਜੀ ਜੋ ਕੋਈ ਮਾੜੀ ਮੋਟੀ ਮਿਸਟੇਕ ਹੁੰਦੀ ਆ ਤਾਂ ਮੈਨੂੰ ਦੱਸਿਆ ਕਰੋ ਕਮੈਂਟ ਬਾਕਸ ਵਿੱਚ, ਜੇ ਕੁਝ ਨਹੀਂ ਚੰਗਾ ਲੱਗਦਾ ਹੁੰਦਾ ਤਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਦਲ ਆਜ਼ਾਦੀ ਤੋਂ ਪਹਿਲਾਂ ਨਹੀਂ ਸੀ? ਹਾਂ, ਭਾਰਤੀ ਜਨਸੰਘ ਪਾਰਟੀ, ਮੁਸਲਿਮ ਲੀਗ ਪਾਰਟੀ, ਭਾਰਤੀ ਰਾਸ਼ਟਰੀ ਕਾਂਗਰਸ, ਹਿੰਦੂ ਮਹਾਸਭਾ। ਕਰੈਕਟ ਆਪਸ਼ਨ ਹੈ ਵੀ ਭਾਰਤੀ ਜਨਸੰਘ ਪਾਰਟੀ। ਮੁਸਲਿਮ ਲੀਗ ਵੀ ਪਹਿਲਾਂ ਹੀ ਹੋ ਗਈ ਸੀ। ਠੀਕ ਹੈ, ਵੰਡ ਤੋਂ ਪਹਿਲਾਂ ਹੀ ਇਹ ਜਿਹੜੀਆਂ ਫੁੱਟਾਂ ਸੀ ਹਿੰਦੂ ਮੁਸਲਮਾਨਾਂ ਵਿੱਚ ਪੈਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਤਾਂ ਭਾਰਤੀ ਰਾਸ਼ਟਰੀ ਕਾਂਗਰਸ ਤਾਂ ਅਸੀਂ ਕਰਕੇ ਹੀ ਆਏ ਹਾਂ ਉੱਪਰ 1885। ਹਿੰਦੂ ਮਹਾਸਭਾ ਵੀ ਆਜ਼ਾਦੀ ਤੋਂ ਪਹਿਲਾਂ ਦੀਆਂ ਹੀ ਹੈ। ਠੀਕ ਹੈ, ਤਾਂ ਇਹ ਸਾਰਾ ਨੋਟ ਕਰ ਲੈਣਾ। ਇਹ ਪਤਾ ਹੋਣਾ ਚਾਹੀਦਾ ਕਿਹੜੀ ਪਾਰਟੀ ਕਦੋਂ ਹੋਂਦ ਵਿੱਚ ਆਈ ਹੈ, ਕਿਸ ਵੇਲੇ ਆਈ ਆ। ਠੀਕ ਹੈ, ਹੋਂਦ ਵਿੱਚ। ਮੁਸਲਿਮ ਲੀਗ ਪਾਰਟੀ ਦੀ ਸਥਾਪਨਾ ਕਦੋਂ ਹੋਈ? ਹਾਂ, ਵੈਰੀ IMP ਸਵਾਲ। 1885, 1905, 1906, 1952। ਕਰੈਕਟ ਆਪਸ਼ਨ ਹੈ ਵੀ 1906 ਵਿੱਚ। ਮੁਸਲਿਮ ਲੀਗ ਪਾਰਟੀ ਦੀ ਸਥਾਪਨਾ 1906 ਵਿੱਚ ਹੋਈ ਆ। ਠੀਕ ਹੈ, ਅਗਲਾ ਸਵਾਲ ਦੇਖੋ ਜਰਾ ਹੁਣ। ਹਿੰਦੂ ਮਹਾਸਭਾ ਦੀ ਸਥਾਪਨਾ ਕਦੋਂ ਹੋਈ? 1907 ਵਿੱਚ। ਦੇਖੋ ਇਹ ਸਵਾਲ ਮੈਂ ਦੋਨੋਂ ਤਾਂ ਹੀ ਇੱਦਾਂ ਰੱਖੇ ਨੇ ਇੱਕੋ ਜਿਹੇ, ਕਿਉਂਕਿ ਇਹ ਯਾਦ ਇੱਦਾਂ ਹੀ ਹੋਣੇ ਆ। ਦੇਖੋ ਜਦੋਂ ਮੁਸਲਿਮ ਲੀਗ ਪਾਰਟੀ ਬਣ ਗਈ ਨਾ, ਪਾਕਿਸਤਾਨ ਦੀ ਉਹ ਮੰਗ ਕਰਨ ਲੱਗ ਗਏ, ਤਾਂ ਨਾਲ ਹੀ ਹਿੰਦੂਆਂ ਨੇ ਵੀ ਆਪਣੀ ਪਾਰਟੀ ਜਿਹੜੀ ਸੀ ਉਹਨਾਂ ਨੇ ਵੀ ਸੋਚਣਾ ਸ਼ੁਰੂ ਕਰਤਾ ਕਿ ਅਸੀਂ ਵੀ ਆਪਣੀ ਪਾਰਟੀ ਬਣਾਈਏ, ਹਿੰਦੂ ਮਹਾਸਭਾ ਪਾਰਟੀ। ਫਿਰ ਨਾਲ ਹੀ ਅਗਲੇ ਸਾਲ 1907 ਵਿੱਚ ਹਿੰਦੂ ਮਹਾਸਭਾ ਬਣ ਗਈ। 1906 ਵਿੱਚ ਸੀਗੀ ਆਪਾਂ ਮੁਸਲਿਮ ਲੀਗ ਪਾਰਟੀ ਕਰਕੇ ਆਏ ਉੱਪਰ। ਭਾਰਤੀ ਜਨਤਾ ਪਾਰਟੀ ਕਦੋਂ ਹੋਂਦ ਵਿੱਚ ਆਈ? ਹਾਂ, ਮੋਦੀ ਵਾਲੀ ਪਾਰਟੀ ਦਾ ਪਤਾ ਹੀ ਹੋਣਾ ਚਾਹੀਦਾ ਹੈ ਨਾ। ਚਲੋ 31 ਅਕਤੂਬਰ 1951, 6 ਅਪ੍ਰੈਲ 1980, 15 ਅਗਸਤ 1947, 2 ਅਕਤੂਬਰ 1940। ਕਰੈਕਟ ਆਪਸ਼ਨ ਵੀ 6 ਅਪ੍ਰੈਲ 1980 ਵਿੱਚ ਭਾਰਤੀ ਜਨਤਾ ਪਾਰਟੀ। ਇੱਦਾਂ ਵੀ ਪੇਪਰ 'ਚ ਲਿਖਿਆ ਆ ਸਕਦਾ BJP, ਕਈ ਵੇਲੇ ਇੱਦਾਂ ਪਾ ਦਿੰਦੇ ਉਹ ਪੋਲ ਸਾਇੰਸ ਦੇ ਸਵਾਲ। ਠੀਕ ਹੈ, ਵੀ BJP, ਤਾਂ ਇਹਦਾ ਘਬਰਾ ਨਹੀਂ ਜਾਣਾ ਕਿ ਇੱਦਾਂ। ਠੀਕ ਹੈ, ਵੈਸੇ ਤਾਂ ਪਤਾ ਹੀ ਹੈ, ਪਰ ਫਿਰ ਵੀ ਕਿਤੇ ਦਿਮਾਗ ਦੇ ਵਿੱਚੋਂ ਆਊਟ ਹੋ ਜਾਂਦੀ ਗੱਲ, ਤੇ ਇਹਨੂੰ ਨੋਟ ਕਰ ਲੈਣਾ। 6 ਅਪ੍ਰੈਲ 1980 ਵਿੱਚ ਇਹ ਪਾਰਟੀ ਹੋਂਦ ਵਿੱਚ ਆਈ ਆ। ਭਾਰਤੀ ਜਨਤਾ ਪਾਰਟੀ ਦੇ ਪਹਿਲੇ ਪ੍ਰਧਾਨ ਕੌਣ ਸਨ? VP ਸਿੰਘ, ਅਟਲ ਬਿਹਾਰੀ ਵਾਜਪਾਈ, ਅਮਿਤ ਸ਼ਾਹ, ਡਾਕਟਰ ਮਨਮੋਹਨ ਸਿੰਘ। ਕਰੈਕਟ ਆਪਸ਼ਨ ਵੀ ਅਟਲ ਬਿਹਾਰੀ ਵਾਜਪਾਈ ਜਿਹੜੇ ਨੇ ਇਹ ਪਹਿਲੇ ਪ੍ਰਧਾਨ ਸੀਗੇ ਭਾਰਤੀ ਜਨਤਾ ਪਾਰਟੀ ਦੇ BJP ਦੀ। ਤਾਂ ਅਮਿਤ ਸ਼ਾਹ ਤਾਂ ਹੋਣ ਵਾਲੇ ਨੇ, ਨੋਟ ਕਰ ਲੈਣਾ। ਬਾਕੀ ਆਪਾਂ ਕਰੰਟ ਵੀ ਕਰਨਾ ਆ ਪੋਲ ਸਾਇੰਸ ਦਾ, ETT ਦੇ ਲੈਵਲ ਦਾ ਕਰੰਟ ਜਿਹੜਾ ਹੈ ਨਾ, ਉਹ ਆਪਾਂ 5 ਕੁ ਦਿਨ ਪਹਿਲਾਂ ਕਰਾਂਗੇ ਪੇਪਰਾਂ ਤੋਂ। ਠੀਕ ਹੈ, ਤਾਂ ਕਿ ਜੇ ਕੁਛ ਬਦਲਾਵ ਹੋਣਾ ਵੀ ਹੋਇਆ ਤਾਂ ਹੋ ਜਾਵੇ। ਠੀਕ ਹੈ ਨਾ। ਚਲੋ, ਹੇਠ ਲਿਖਿਆਂ ਵਿੱਚੋਂ ਕਿਹੜਾ ਖੇਤਰੀ ਦਲ ਹੈ? ਹਾਂ, ਖੇਤਰੀ ਦਲ ਕਿਹੜੇ ਹੁੰਦੇ? ਜਿਹੜੇ ਇੱਕ ਖਾਸ ਖੇਤਰ ਤੱਕ ਸੀਮਤ ਹੁੰਦੇ ਆ, ਉਹਨਾਂ ਦਾ ਕੰਟਰੀ ਲੈਵਲ ਦਾ ਕੋਈ ਕੰਮ ਨਹੀਂ ਹੁੰਦਾ। ਭਾਰਤੀ ਰਾਸ਼ਟਰੀ ਕਾਂਗਰਸ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਅਕਾਲੀ ਦਲ। ਹਾਂ, ਅਕਾਲੀ ਦਲ ਆ ਤੱਕੜੀ ਵਾਲੇ ਜਿਹੜੇ ਆ। ਠੀਕ ਹੈ, ਇਹ ਕੀ ਆ? ਖੇਤਰੀ ਦਲ ਦੇ ਵਿੱਚ ਆ ਜਾਂਦੇ ਆ। ਭਾਰਤ ਵਿੱਚ ਕਿਸ ਤਰ੍ਹਾਂ ਦਾ ਲੋਕਤੰਤਰ ਹੈ? ਹਾਂ, ਪ੍ਰਤੱਖ ਲੋਕਤੰਤਰ, ਅਪ੍ਰਤੱਖ, ਉਪਰੋਕਤ ਦੋਵੇਂ, ਉਪਰੋਕਤ 'ਚੋਂ ਕੋਈ ਵੀ ਨਹੀਂ। ਕਰੈਕਟ ਆਪਸ਼ਨ ਹੈ ਵੀ ਅਪ੍ਰਤੱਖ ਲੋਕਤੰਤਰ। ਜਿੱਥੇ ਜ਼ਿਆਦਾ ਪਾਪੂਲੇਸ਼ਨ ਵਾਲੇ ਦੇਸ਼ ਵਾ, ਜ਼ਿਆਦਾ ਜਨਸੰਖਿਆ ਵਾਲੇ ਦੇਸ਼ਾਂ ਵਿੱਚ ਅਪ੍ਰਤੱਖ ਲੋਕਤੰਤਰ ਪ੍ਰਣਾਲੀ ਹੀ ਅਪਣਾਈ ਜਾਂਦੀ ਆ, ਪ੍ਰਤੀਨਿਧੀ ਸਰਕਾਰ ਹੁੰਦੀ ਆ। ਭਾਰਤ ਵਿੱਚ ਕਿਸ ਤਰ੍ਹਾਂ ਦੀ ਦਲ ਪ੍ਰਣਾਲੀ ਹੈ? ਹਾਂ, ਆਪਣੇ ਆਸ-ਪਾਸ ਦੇ ਦੇਸ਼ਾਂ ਦਾ ਵੀ ਨੋਟ ਕਰ ਲੈਣਾ, ਅਮਰੀਕਾ, ਸਾਰੇ ਇੱਦਾਂ। ਠੀਕ ਹੈ ਨਾ। ਤਾਂ ਦੱਸੋ ਪਹਿਲਾਂ ਭਾਰਤ ਵਿੱਚ ਕਿਹੜੀ ਦਲ ਪ੍ਰਣਾਲੀ ਹੈ? ਇਹ ਹੈਗੀ ਜੀ ਬਹੁਦਲ ਪ੍ਰਣਾਲੀ। ਇਹਦੇ ਵਿੱਚ ਇੱਥੇ ਬਹੁਤ ਸਾਰੇ ਦਲ ਆ। ਭਾਰਤੀ ਜਨਤਾ ਪਾਰਟੀ ਹੈ, ਕਾਂਗਰਸ ਹੈ, ਹੋਰ ਪਾਰਟੀਆਂ ਨੇ, ਹੈ ਨਾ। ਤਾਂ ਇਹ ਸਾਰਾ ਕੀ ਹੈ? ਬਹੁਦਲ ਪ੍ਰਣਾਲੀ ਹੈ। ਠੀਕ ਹੈ ਜੀ, ਭਾਰਤ ਵਿੱਚ ਬਹੁਦਲ ਪ੍ਰਣਾਲੀ ਹੈ। ਤਾਂ ਮੈਨੂੰ ਇਹ ਜ਼ਰੂਰ ਦੱਸਣਾ ਕਿ ਇੱਕ ਦਲੀ ਪ੍ਰਣਾਲੀ ਵਾਲਾ ਕੋਈ ਦੇਸ਼ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੁਸੀਂ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ ਨਹੀਂ ਹੈ? ਹਾਂ, 10ਵੀਂ ਦੀ ਕਿਤਾਬ ਦੇ ਵਿੱਚ ਵਿਚਾਰਧਾਰਾਵਾਂ ਵੀ ਦਿੱਤੀਆਂ ਗਈਆਂ ਆ। BJP ਦੀ ਕੀ ਵਿਚਾਰਧਾਰਾ ਆ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਕੀ ਹੈ। ਤਾਂ ਇਸ ਕਰਕੇ ਮੈਂ ਤਾਂ ਹੀ ਕਹਿ ਰਹੀ ਹਾਂ ਕਿ ਨਾਲ ਕਿਤਾਬ ਵੀ ਜ਼ਰੂਰ ਪੜ੍ਹਨਾ। ਠੀਕ ਹੈ, ਫਿਰ ਹੀ ਗੱਲ ਬਣਨੀ ਹੈ। ਧਰਮ ਨਿਰਪੱਖ ਰਾਜ ਦੀ ਸਥਾਪਨਾ, ਧਾਰਾ 370 ਦੀ ਸਮਾਪਤੀ, ਗੁੱਟ ਨਿਰਲੇਪਤਾ, ਉਦਯੋਗਿਕ ਖੇਤਰ ਵਿੱਚ ਸੁਧਾਰ। ਕਰੈਕਟ ਆਪਸ਼ਨ ਵੀ ਐਡਾ ਆਪਸ਼ਨ ਵਾਲੀ ਵਿਚਾਰਧਾਰਾ ਜਿਹੜੀ ਹੈ ਉਹ ਨਹੀਂ ਆ। ਧਾਰਾ 370 ਦੀ ਸਮਾਪਤੀ ਨਹੀਂ ਉਹ ਕਰਦੇ। ਠੀਕ ਹੈ, ਆਪਣੀ ਵਿਚਾਰਧਾਰਾ ਦੇ ਵਿੱਚ। ਤਾਂ ਇਹ ਜ਼ਰੂਰ ਦੇਖ ਲੈਣਾ, ਧਿਆਨ ਵਿੱਚ ਰੱਖ ਲੈਣਾ। ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਬਾਕੀ ਸਾਰੇ ਕਥਨ ਜਿਹੜੇ ਨੇ ਉਹ ਉਹਨਾਂ ਦੀ ਵਿਚਾਰਧਾਰਾ ਦਾ ਹਿੱਸਾ ਹੈਗਾ ਆ। ਚਲੋ, ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਿੱਥੇ ਹੋਈ? ਉੱਤਰ ਪ੍ਰਦੇਸ਼, ਕਾਨਪੁਰ, ਪੰਜਾਬ, ਕਰਨਾਟਕਾ। ਕਰੈਕਟ ਆਪਸ਼ਨ ਵੀ ਜਿਹੜੀ, ਹਾਂ, ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਬਣ ਗਈ, ਹੋਰ ਪਾਰਟੀਆਂ ਬਣ ਗਈਆਂ, ਮੁਸਲਿਮ ਲੀਗ ਬਣ ਗਈ, ਹਿੰਦੂ ਸਭਾ ਬਣ ਗਈ, ਤਾਂ ਕੁਝ ਇਸ ਤਰ੍ਹਾਂ ਦੇ ਨੌਜਵਾਨ ਵੀ ਸੀਗੇ ਜਿਹੜੇ ਕਿ ਕਮਿਊਨਿਸਟ ਵਿਚਾਰਾਂ ਵਾਲੇ ਸੀਗੇ, ਇਹਨਾਂ ਨਾਲ ਸਹਿਮਤ ਨਹੀਂ ਸੀ ਉੱਪਰਲੀਆਂ ਪਾਰਟੀਆਂ ਦੇ ਨਾਲ। ਫਿਰ ਉਹਨਾਂ ਨੇ ਅਲੱਗ ਤੋਂ ਪਾਰਟੀ ਬਣਾਈ ਸੀ ਕਾਨਪੁਰ ਦੇ ਵਿੱਚ, ਭਾਰਤੀ ਕਮਿਊਨਿਸਟ ਪਾਰਟੀ। ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਦੋਂ ਹੋਈ?
ਹਾਂ 1885 6 7 1924 1924 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਹੋਈ ਆ। ਹੁਣ ਦੇਖੋ ਜੇ ਤਾਂ ਆਪਾਂ ਨੂੰ ਦੇਖੋ ਕਹਿੰਦੇ ਨਾ ਕੋਈ ਵੀ ਪੜਿਆ ਫਾਲਤੂ ਨਹੀਂ ਜਾਂਦਾ। ਜਦੋਂ ਅਸੀਂ ਹੁਣ ਆਪਾਂ ਨੂੰ ਆਪਸ਼ਨ ਰਿਮੂਵ ਕਰਨੇ ਆ ਗਏ ਨਾ ਤਾਂ ਸਹੀ ਆਪਸ਼ਨ ਆਪੇ ਹੀ ਮਿਲ ਜਾਣਾ। ਹੁਣ 1885 ਅਸੀਂ ਜਾਣਦੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ, 1906 ਅਸੀਂ ਮੁਸਲਿਮ ਲੀਗ ਵਾਲੀ ਕਰਕੇ ਆਏ ਆ, 1907 ਅਸੀਂ ਕਰਕੇ ਆਏ ਹਿੰਦੂ ਮਹਾਸਭਾ ਵਾਲੀ, ਤੇ 1924 ਵਿੱਚ ਅਸੀਂ ਭਾਰਤੀ ਕਮਿਊਨਿਸਟ ਪਾਰਟੀ ਕਰ ਲਈ। ਮਤਲਬ ਹੁਣ ਇਹਨਾਂ ਸੰਨਾਂ ਦੇ ਵਿੱਚ ਤੁਹਾਨੂੰ ਕੋਈ ਭੁਲੇਖਾ ਨਹੀਂ ਪੈ ਸਕਦਾ। ਭਾਰਤੀ ਕਮਿਊਨਿਸਟ ਪਾਰਟੀ ਵਿੱਚ ਦੋ ਪਾਰਟ ਕਦੋਂ ਹੋਈ? ਹਾਂ ਇਹ ਪਾਰਟੀ ਦੋ ਭਾਗਾਂ ਵਿੱਚ ਕਦੋਂ ਵੰਡੀ ਗਈ? 1925 50 64 66। ਕਰੈਕਟ ਆਪਸ਼ਨ ਵੀ 1964 ਦੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਜਿਹੜੀ ਦੋ ਭਾਗਾਂ ਦੇ ਵਿੱਚ ਵੰਡੀ ਗਈ ਸੀਗੀ। ਭਾਰਤੀ ਕਮਿਊਨਿਸਟ ਪਾਰਟੀ ਵਿੱਚ ਫੁੱਟ ਪੈਣ ਬਾਅਦ ਕਿਹੜੀ ਪਾਰਟੀ ਹੋਂਦ ਵਿੱਚ ਆਈ? ਭਾਰਤੀ ਕਮਿਊਨਿਸਟ ਪਾਰਟੀ, ਮਾਰਕਸਵਾਦੀ ਕਮਿਊਨਿਸਟ ਪਾਰਟੀ, ਉਪਰੋਕਤ ਦੋਵੇਂ, ਭਾਰਤੀ ਨੈਸ਼ਨਲ ਕਾਂਗਰਸ। ਕਰੈਕਟ ਆਪਸ਼ਨ ਹੈ ਵੀ ਉਪਰੋਕਤ ਦੋਵੇਂ। ਦੋ ਭਾਗਾਂ ਵਿੱਚ ਵੰਡ ਹੋ ਗਈ ਨਾ ਪਾਰਟੀ, ਇੱਕ ਤਾਂ ਭਾਰਤੀ ਕਮਿਊਨਿਸਟ ਪਾਰਟੀ ਹੀ ਰਹਿ ਗਈ, ਦੂਸਰੀ ਮਾਰਕਸਵਾਦੀ ਕਮਿਊਨਿਸਟ ਪਾਰਟੀ। ਜਿਹੜੇ ਮਾਰਕਸਵਾਦੀ ਵਿਚਾਰਾਂ ਵਾਲੇ ਜਿਹੜੇ ਬੰਦੇ ਸੀਗੇ ਉਹ ਇੱਕ ਸਾਈਡ ਤੇ ਹੋ ਗਏ। ਚਲੋ ਭਾਰਤੀ ਜਨਸੰਘ ਪਾਰਟੀ ਕਦੋਂ ਹੋਂਦ ਵਿੱਚ ਆਈ? ਜਨਸੰਘ ਪਾਰਟੀ ਹਾਂ ਆਜ਼ਾਦੀ ਤੋਂ ਬਾਅਦ ਵਾਲੀ ਪਾਰਟੀ ਹੈ ਨਾ ਇਹ, ਆਪਾਂ ਉੱਪਰ ਕਰਕੇ ਆਏ ਸੀ ਪਹਿਲੇ ਸਵਾਲ ਦੇ ਵਿੱਚ। ਦੱਸੋ ਵੀ ਇਹ ਹੈ ਵੀ 1952 ਵਿੱਚ। ਉੱਪਰਲੇ ਸਨ ਤੁਹਾਨੂੰ ਪਤਾ ਹੀ ਹੈ ਕਿਹੜੀ ਪਾਰਟੀ ਕਦੋਂ ਹੋਂਦ ਵਿੱਚ ਆਈ। ਠੀਕ ਹੈ 1952 ਵਿੱਚ ਭਾਰਤੀ ਜਨਸੰਘ ਪਾਰਟੀ ਹੋਂਦ ਵਿੱਚ ਆਈ। ਇਹ ਜਿਹੜੇ ਸਨ ਨੇ ਨਾ ਇਹ ਬਾਰ-ਬਾਰ ਪੜ੍ਹਨ ਦੇ ਨਾਲ ਤੁਹਾਨੂੰ ਆਪਣੇ ਆਪ ਹੀ ਯਾਦ ਹੋ ਜਾਣੇ ਆ। ਠੀਕ ਹੈ ਜੀ, ਨਾਲ ਕਿਤਾਬ ਪੜ੍ਹਦੇ ਰਹਿਣਾ, ਕੋਈ ਇਸ਼ੂ ਨਹੀਂ ਕਿਤਾਬ ਦਾ। ਡਾਊਨਲੋਡ ਕਰੋ ਨੈੱਟ ਵਿੱਚੋਂ, ਫੋਨ 'ਚੋਂ ਆਪਾਂ ਹੋਰ ਬੜਾ ਕੁਛ ਪੜ੍ਹਦੇ ਹਾਂ, ਕਿਤਾਬ ਵੀ ਜ਼ਰੂਰ ਪੜ੍ਹੋ। ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਕੋਈ ਕਮੀ ਪੇਸ਼ੀ ਹੁੰਦੀ ਮੈਨੂੰ ਕਮੈਂਟ ਬਾਕਸ ਵਿੱਚ ਦੱਸਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ, ਅਤੇ ਨਾਲ ਘੰਟੀ ਵੀ ਔਨ ਕਰ ਲਓ, ਨੋਟੀਫਿਕੇਸ਼ਨ ਬਿੱਲ। ਠੀਕ ਹੈ, ਧੰਨਵਾਦ।